तेरा कीता जातो नाही, मैनो जोग की तोई। मैं निर्गुण यारे को गुण नाही, आपे तरस पयोई। तरस पया मेरा मत होई, सतगुर सज्जन मिलिया। नानक नाम मिले ता जीवा, तन मन थीवै हरिया। नानक नाम मिलै तां जीवा, तन मन थीवै हरिया। ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਪਾਵਨ ਅਸੀਸਾਂ ਨਾਲ ਭਰੀ ਹੋਈ ਗੁਰੂ ਫਤਿਹ ਸਾਂਝੀ ਕਰੀਏ ਜੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ ਜਪਜੀ ਸਾਹਿਬ, ਜਿਸ ਦੀ ਵਿਚਾਰ ਅਸੀਂ ਕੁਝ ਸਮੇਂ ਤੋਂ ਲਗਾਤਾਰ ਕਰਦੇ ਆ ਰਹੇ ਸੀ। ਸਤਿਗੁਰੂ ਦੀ ਕਿਰਪਾ ਹੋਈ ਹੈ ਕਿ ਉਹ ਵਿਚਾਰ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਇਸ ਬੱਚੇ ਦੇ ਉੱਤੇ ਕੰਪਲੀਟ ਕਰਵਾਈ ਹੈ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਜਿਹੜਾ ਹੈ, ਉਹਦੇ ਉੱਤੇ ਕੇਵਲ ਅਸੀਂ ਅੱਜ ਇੱਕ ਪੰਛੀ ਝਾਤ ਪਾਉਣੀ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਜਪਜੀ ਸਾਹਿਬ ਦੇ ਸ਼ੁਰੂਆਤ ਵਿੱਚ ਮੰਗਲਾ ਚਰਨ ਹੈ, ਜਿਹਨੂੰ ਮੂਲ ਮੰਤਰ ਆਖਿਆ ਜਾਂਦਾ ਹੈ। ਤੇ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ। ਬਾਕੀ ਦੀਆਂ ਸੰਸਥਾਵਾਂ ਨੇ ਆਪਣੀ ਮਨ ਘੜਤ ਸੋਚ ਦੇ ਦੁਆਰਾ ਮੂਲ ਮੰਤਰ ਦੀ ਖਿੱਚ ਕੀਤੀ ਹੈ। ਜਿਹੜੇ ਆਦ ਸੱਚ ਜੁਗਾਦ ਸੱਚ ਸ਼ਲੋਕ ਨੂੰ ਵੀ ਨਾਲ ਰੱਖਦੇ ਨੇ, ਪਰ ਜੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਦਾ ਸਹੀ ਰੂਪ ਵੇਖੀਏ ਤੇ ਕੇਵਲ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਿਲਦਾ ਹੈ। ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਜਪ ਪਾਵਨ ਬਾਣੀ ਦਾ ਨਾਮ ਹੈ। ਉਸ ਤੋਂ ਬਾਅਦ ਪਹਿਲਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਜਪਜੀ ਸਾਹਿਬ ਦੇ ਵਿੱਚ ਦੋ ਸ਼ਲੋਕ ਨੇ। ਅਖੀਰਲਾ ਸ਼ਲੋਕ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦੋ ਸ਼ਲੋਕਾਂ ਦੇ ਵਿਚਕਾਰ ਜਿਹੜੀ ਪਾਵਨ ਬਾਣੀ ਹੈ ਉਹ ਹੈ ਪੌੜੀਆਂ, ਜਿਹੜੀਆਂ ਸੋਚੈ ਸੋਚ ਨਾ ਹੋਵਈ ਤੋਂ ਲੈ ਕੇ ਜਤ ਪਹਾਰਾ ਧੀਰਜ ਸੁਨਿਆਰ ਤੱਕ 38 ਬਣਦੀਆਂ ਨੇ। ਮੰਗਲਾ ਚਰਨ ਪਾਵਨ ਬਾਣੀ ਦਾ ਨਾਮ, ਜਪ, ਸ਼ਲੋਕ, ਪੌੜੀਆਂ ਅਤੇ ਅਖੀਰਲਾ ਸ਼ਲੋਕ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਇਸ ਪਾਵਨ ਬਾਣੀ ਦਾ ਇਹ ਪਿਆਰਾ ਜਿਹਾ ਸਰੂਪ ਜਿਹੜਾ ਆਪਣੇ ਵਿੱਚ ਸੰਸਾਰ ਦੀ ਇੱਕ ਬੜੀ ਵੱਡੀ ਸੱਚਾਈ ਲੁਕਾ ਕੇ ਬੈਠਾ ਹੋਇਆ ਹੈ। ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਦੁਨੀਆ ਨੂੰ ਮਹਾਨ ਦੇਣ ਹੈ ਉਹ ਹੈ ਇੱਕ ਓੰਕਾਰ। ਅੱਜ ਇੱਕ ਓੰਕਾਰ ਦੀ ਰੂਪ ਰੇਖਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਓਮ ਬਣਾਇਆ ਜਾ ਰਿਹਾ ਹੈ। ਪਰ ਓਮ ਤੇ ਇੱਕ ਓੰਕਾਰ ਦੇ ਵਿਚਕਾਰ ਬਹੁਤ ਵੱਡਾ ਭੇਦ ਹੈ। ਇੱਕ ਓੰਕਾਰ ਜਿਹੜਾ ਸਾਨੂੰ ਨਿਰਆਕਾਰ ਅਕਾਲ ਪੁਰਖ ਪਰਮਾਤਮਾ ਦੇ ਪਾਵਨ ਚਰਨਾਂ ਨਾਲ ਜੋੜਦਾ ਹੈ ਤੇ ਜਿਹੜਾ ਇਹ ਸੰਦੇਸ਼ ਦਿੰਦਾ ਹੈ ਕਿ ਭਾਈ ਇੱਕੋ ਹੈ, ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੀ ਹੈ ਉਹ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਧਰਾ, ਆਸਤ ਏਕ ਦਿਗਰ ਕੋਈ, ਏਕ ਤੂੰ ਏਕ ਤੂੰ। ਕੋਈ ਦੇਵੀ ਦੇਵਤਾ ਜਾਂ ਕੋਈ ਹੋਰ ਸੰਸਾਰ 'ਚ ਸਦਾ ਨਹੀਂ ਰਹਿ ਸਕਦਾ, ਜੇ ਸਦਾ ਹੈ ਤੇ ਕੇਵਲ ਇੱਕ ਤੂੰ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਇੱਕ ਦਿੱਤਾ ਨਾ, ਇੱਕ ਓੰਕਾਰ ਦਿੱਤਾ ਤੇ ਕਿਹਾ ਰੱਬ ਇੱਕ ਹੈ, ਸਾਰੀ ਸ੍ਰਿਸ਼ਟੀ ਵਿੱਚ ਉਹੀ ਵਿਆਪਕ ਹੈ, ਉਹੀ ਕਰਤਾ ਪੁਰਖ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਹੈ ਤੇ ਭਾਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਬਹੁਤ ਵੱਡੇ ਭਰਮ ਚੋਂ ਬਾਹਰ ਕੱਢ ਦਿੱਤਾ। ਜਿੰਨੇ ਵੀ ਅਵਤਾਰ ਸਨ ਉਹਨਾਂ ਦੇ ਚੱਕਰ ਚੋਂ ਹੀ ਬਾਹਰ ਕੱਢ ਦਿੱਤਾ, ਕਿਉਂਕਿ ਏਕ ਓੰਕਾਰ ਮੰਨਦਾ ਹੀ ਨਹੀਂ ਕਿਸੇ ਨੂੰ। ਓਮ ਤਿੰਨ ਦੇਵਤਿਆਂ ਦੀ ਉਪਾਸਨਾ ਦਾ ਪ੍ਰਤੀਕ ਹੈ।
ਬ੍ਰਹਮਾ ਵਿਸ਼ਨ ਮਹੇਸ਼। ਲੇਕਿਨ ਕਲਗੀਧਰ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨਾਂ ਨਾਲ ਜੋੜਿਆ ਤੇ ਕਿਹਾ ਅਸੀਂ ਕੇਵਲ ਇੱਕ ਦੇ ਉਪਾਸ਼ਕਾਂ ਤੇ ਇੱਕ ਕੇਵਲ ਪ੍ਰਮਾਤਮਾ ਹੈ, ਉਹ ਤੋਂ ਇਲਾਵਾ ਅਸੀਂ ਕਿਸੇ ਨੂੰ ਨਹੀਂ ਮੰਨਦੇ। ਜਪਜੀ ਸਾਹਿਬ ਦਾ ਸਭ ਤੋਂ ਵੱਡਾ ਉਪਦੇਸ਼। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਦੀ ਪਹਿਲੀ ਪੌੜੀ ਦੇ ਵਿੱਚ ਹੀ ਕਹਿ ਦਿੱਤਾ ਕਿ ਜਿੰਨੇ ਵਹਿਮ ਨੇ, ਪਖੰਡ ਨੇ, ਕਰਮਕਾਂਡ ਨੇ, ਸਿੱਖਾ ਉਧਰ ਧਿਆਨ ਨਾ ਦੇਵੀਂ। ਅੱਜ ਕੰਸਲਟੇਟ ਕਰਕੇ ਸੁਣ ਲਓ ਪਿਆਰਿਓ, ਜਪਜੀ ਸਾਹਿਬ ਕਹਿੰਦਾ ਕੀ ਹੈ। ਸਤਿਗੁਰੂ ਨੇ ਕਿਹਾ ਤੁਹਾਨੂੰ ਸਮਾਧੀਆਂ ਲਾਉਣ ਵਾਲੇ ਬੜੇ ਮਿਲਣਗੇ, ਤੁਹਾਨੂੰ ਮੋਨੀ ਬਾਬੇ ਬੜੇ ਮਿਲਣਗੇ, ਤੁਹਾਨੂੰ ਵਰਤ ਰੱਖਣ ਵਾਲੇ ਬਾਬੇ ਬੜੇ ਮਿਲਣਗੇ, ਲੇਕਿਨ ਯਾਦ ਰੱਖਿਓ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਸਭ ਤ੍ਰਿਸ਼ਨਾ ਦੇ ਅਧੀਨ ਨੇ। ਇਹਨਾਂ ਦੀ ਭੁੱਖ ਪੂਰੇ ਸੰਸਾਰ ਦਾ ਪਦਾਰਥ ਛਕ ਕੇ ਵੀ ਨਹੀਂ ਮਿਟਣੀ, ਕਿਉਂਕਿ ਤ੍ਰਿਸ਼ਨਾ ਦੇ ਅਧੀਨ ਰਿਹਾ ਇਨਸਾਨ ਦਾ ਜੀਵਨ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਤੇ ਜੇ ਰੱਬ ਨਾਲ ਆਪਣੀ ਸਾਂਝ ਪਾਉਣੀ ਹੈ ਤੇ ਝੂਠ ਦੀ ਜਿਹੜੀ ਦੀਵਾਰ ਹੈ ਉਹਨੂੰ ਤੋੜੋ, ਜਿਹੜੀ ਕਿ ਆਸਾਨ ਨਹੀਂ ਟੁੱਟਦੀ ਹੈ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪਾਵਨ ਬਾਣੀ ਦੇ ਵਿੱਚ ਸਾਨੂੰ ਦੱਸਿਆ, ਸਿੱਖਾ ਰੱਬ ਦੇ ਹੁਕਮ ਤੋਂ ਬਗੈਰ ਕਦੇ ਕੁਝ ਨਹੀਂ ਹੁੰਦਾ। ਜਿਹੜਾ ਇਨਸਾਨ ਰੱਬੀ ਨਿਯਮ, ਰੱਬੀ ਹੁਕਮ ਵਿੱਚ ਤੁਰਦਾ ਹੈ, ਉਹਨੂੰ ਪਤਾ ਲੱਗਦਾ ਹੈ ਕਿ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਅਕਾਲ ਪੁਰਖ ਹੈ। ਇਸ ਕਰਕੇ ਜੇ ਗਾਉਣਾ ਹੈ ਤੇ ਕੇਵਲ ਇੱਕ ਨਿਰੰਕਾਰ ਨੂੰ ਗਾਈ, ਇੱਕ ਨਿਰੰਕਾਰ ਤੋਂ ਇਲਾਵਾ ਹੋਰ ਕਿਸੇ ਨੂੰ ਨਾ ਗਾਈ। ਤੇ ਉਹ ਨਿਰੰਕਾਰ ਦੀ ਸੋਝੀ ਕੇਵਲ ਤੇ ਕੇਵਲ ਤੁਹਾਨੂੰ ਆਪਣੇ ਗੁਰੂ ਤੋਂ ਪ੍ਰਾਪਤ ਹੋਣੀ ਹੈ। ਤੇ ਉਹ ਗੁਰੂ ਤੁਹਾਨੂੰ ਦੱਸਦਾ ਹੈ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਰੰਜਨ ਸੋਏ। ਤੇ ਜਿਹੜਾ ਨਿਰੰਕਾਰ ਹੈ ਉਹਦੀਆਂ ਪੱਥਰ ਦੀਆਂ ਮੂਰਤੀਆਂ ਬਣਾ ਕੇ ਪੂਜਣ ਵਾਸਤੇ ਲੋਕਾਂ ਨੇ ਬੜੇ ਵੱਡੇ ਵੱਡੇ ਮੰਦਿਰ ਤਿਆਰ ਕੀਤੇ ਨੇ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਨੂੰ ਨਾ ਸਥਾਪਿਤ ਕੀਤਾ ਜਾ ਸਕਦਾ, ਨਾ ਰੱਬ ਨੂੰ ਪੈਦਾ ਕੀਤਾ ਜਾ ਸਕਦਾ। ਤੇ ਉਹ ਗੁਰੂ ਦਾ ਜਿਹੜਾ ਗਿਆਨ ਹੈ ਸਤਿਗੁਰੂ ਹੀ ਦਿੰਦਾ ਹੈ, ਤੇ ਉਹ ਵਾਹਿਗੁਰੂ ਦਾ ਜਿਹੜਾ ਗਿਆਨ ਹੈ ਗੁਰੂ ਹੀ ਦਿੰਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰੂ ਦੇ ਰਾਹੀਂ ਹੀ ਸਾਨੂੰ ਪ੍ਰਮਾਤਮਾ ਦਾ ਨਾਮ ਲੈਣ ਦੀ ਜਾਚ ਆਉਂਦੀ ਹੈ, ਗੁਰੂ ਦੇ ਰਾਹੀਂ ਹੀ ਸਾਨੂੰ ਪ੍ਰਮਾਤਮਾ ਦੇ ਗਿਆਨ ਨਾਲ ਸਮਝ ਆਉਂਦੀ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਖਾ ਕਦੇ ਵੀ ਉਹਨੂੰ ਨਾ ਭੁੱਲੀ ਜਿਹੜਾ ਸਭਨਾ ਜੀਆਂ ਕਾ ਇੱਕ ਦਾਤਾ ਹੈ। ਜਦੋਂ ਉਹਦੇ ਪਾਵਨ ਚਰਨਾਂ ਨਾਲ ਤੇਰੀ ਜੋਤ ਰਲ ਗਈ, ਫਿਰ ਤੈਨੂੰ ਪਤਾ ਲੱਗੇਗਾ ਕਿ ਉਹਦਾ ਨਾਮ ਦੁਨੀਆ ਦੇ ਹਰ ਕੋਨੇ ਦੇ ਵਿੱਚ ਵਸਿਆ ਹੋਇਆ ਹੈ। ਹੁਕਮ ਰੂਪ ਉਸ ਦੇ ਨਾਮ ਨੂੰ ਸਰਵਣ ਕਰਨਾ ਹੈ ਤੇ ਫਿਰ ਤੈਨੂੰ ਕਿਸੇ ਸਿੱਧ ਪੀਰ ਨਾਥ ਕੋਲ ਜਾਣ ਦੀ ਲੋੜ ਨਹੀਂ ਪੈਣੀ, ਕਿਤੇ ਭਟਕਣ ਦੀ ਲੋੜ ਨਹੀਂ ਪੈਣੀ, ਕਿਸੇ ਦੇ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ ਪੈਣੀ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲੇ ਆਕਾਸ਼। ਤੇਰਾ ਜੀਵਨ ਇੰਨਾ ਉੱਚਾ ਸੁੱਚਾ ਹੋ ਜਾਏਗਾ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ਼। ਤੇਰੇ ਅੰਦਰ ਸਦਾ ਖੁਸ਼ੀ ਰਹੇਗੀ, ਖੜਾਓ ਰਹੇਗਾ। ਤੇ ਸਿੱਖਾ ਇੱਕ ਗੱਲ ਯਾਦ ਰੱਖੀ, ਨਾ ਤੂੰ ਕਦੇ ਅੰਤਰੀਵ ਦੁਖੀ ਹੋਏਗਾ ਤੇ ਨਾ ਤੇਰੀ ਆਤਮਾ ਕਦੇ ਮਹਿਸੂਸ ਕਰੇਗੀ ਕਿ ਸਿੱਖਾ ਤੇਥੋਂ ਕੋਈ ਪਾਪ ਹੋ ਗਿਆ, ਕਿਉਂਕਿ ਗੁਰੂ ਨਾਨਕ ਨੇ ਤੈਨੂੰ ਪਾਕ ਪਵਿੱਤਰ ਬਣਾ ਦੇਣਾ ਹੈ। ਤੇ ਉਹ ਬਣੇਗਾ ਕਿਵੇਂ? ਜਦੋਂ ਤੂੰ ਸੁਣੇਗਾ ਤੇ ਮੰਨੇਗਾ। ਤੇ ਜਿਸ ਦਿਨ ਤੂੰ ਮੰਨ ਲਿਆ, ਐਕਸੈਪਟ ਕਰ ਲਿਆ ਉਹਦੇ ਨਾਮ ਨੂੰ, ਉਹਦੀ ਬਾਣੀ ਨੂੰ, ਉਹਦੀ ਵਿਚਾਰਧਾਰਾ ਨੂੰ, ਫਿਰ ਤੇਰੇ ਵਰਗਾ ਦੁਨੀਆ 'ਚ ਹੋਰ ਕੋਈ ਨਹੀਂ ਹੋਏਗਾ। ਮੰਨੇ ਕੀ ਗਤ ਕਹੀ ਨਾ ਜਾਏ, ਕੋਈ ਬੰਦਾ ਤੇਰੇ ਬਰਾਬਰ ਨਹੀਂ ਹੋ ਪਾਏਗਾ। ਇੰਨਾ ਮਹਾਨ ਤੈਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਨਾਮ ਹੀ ਕਰ ਦੇਗਾ। ਤੇ ਉਹਦੀ ਮਹਾਨਤਾ ਨੂੰ ਸਮਝਦਿਆਂ ਨਾਲ ਤੈਨੂੰ ਇਸ ਗੱਲ ਦੀ ਵੀ ਸਮਝ ਆ ਜਾਏਗੀ ਕਿ ਪਰਮੇਸ਼ਰ ਬਹੁਤ ਮਹਾਨ ਹੈ। ਇੰਨਾ ਕੁ ਮਹਾਨ ਹੈ, ਜਦੋਂ ਉਸ ਪਰਮੇਸ਼ਰ ਨੇ ਇਸ ਕਾਇਨਾਤ ਨੂੰ ਪੈਦਾ ਕੀਤਾ ਤੇ ਕਿਸੇ ਬ੍ਰਹਮਾ ਵਿਸ਼ਨੂੰ ਜਾਂ ਮਹੇਸ਼ ਜਾਂ ਕਿਸੇ ਹੋਰ ਤਾਕਤ ਨੂੰ ਪੁੱਛ ਕੇ ਨਹੀਂ ਕੀਤਾ। ਉਹਨੇ ਇਸ ਕਾਇਨਾਤ ਦੀ ਸਿਰਜਣਾ ਖੁਦ ਕੀਤੀ ਹੈ ਤੇ ਸਿਰਜਣਾ ਕਰਨ ਤੋਂ ਬਾਅਦ ਕਾਇਨਾਤ ਵਿੱਚ ਆਪ ਰਮ ਗਿਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਸਮਝ ਲੱਗ ਜਾਏਗੀ ਕਿ ਜਿਹੜੇ ਵਹਿਮ ਭਰਮਾਂ ਦੇ ਅਧੀਨ ਲੋਕਾਂ ਨੂੰ ਪਾਇਆ ਗਿਆ ਕਿ ਇੱਕ ਬਲਦ ਨੇ ਧਰਤੀ ਨੂੰ ਆਪਣੇ ਸਿੰਗਾਂ ਉੱਤੇ ਚੁੱਕਿਆ ਹੋਇਆ ਹੈ, ਉਹ ਤੇਰਾ ਵਹਿਮ ਹੀ ਦੂਰ ਹੋ ਜਾਏਗਾ। ਤੇਰਾ ਵਹਿਮ ਦੂਰ ਹੋ ਜਾਏਗਾ ਕਿ ਇਸ ਧਰਤੀ ਨੂੰ ਕਿਸੇ ਰਾਖਸ਼ ਦੀ ਮਿੱਝ ਤੋਂ ਬਣਾਇਆ ਗਿਆ ਹੈ। ਤੇਰਾ ਵਹਿਮ ਦੂਰ ਹੋ ਜਾਏਗਾ ਕਿ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਕਿਵੇਂ ਉਸਨੇ ਇਸ ਕਾਇਨਾਤ ਨੂੰ ਸਿਰਜਿਆ, ਕਿੱਦਾਂ ਪੈਦਾ ਕੀਤਾ, ਇਸ ਗੱਲ ਬਾਰੇ ਉਹ ਨਿਰੰਕਾਰ ਆਪ ਜਾਣਦਾ ਹੈ। ਮੈਂ, ਤੂੰ ਜਾਂ ਕੋਈ ਹੋਰ ਬੰਦਾ ਅੰਦਾਜ਼ਾ ਨਹੀਂ ਲਗਾ ਸਕਦਾ। ਵੱਡੇ ਵੱਡੇ ਕਾਜੀ, ਮੁੱਲਾ, ਪੰਡਤ, ਮੁਲਾਣੇ ਆਏ ਨੇ ਦੁਨੀਆ 'ਚ, ਆਪੋ ਆਪਣੇ ਅੰਦਾਜ਼ੇ ਲਗਾ ਕੇ ਚਲੇ ਗਏ। ਲੇਕਿਨ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਇਸ ਗੱਲ ਦੀ ਸਮਝ ਲੱਗੇਗੀ ਜੋ ਅੱਜ ਸਾਇੰਸ ਕਹਿ ਰਹੀ ਹੈ ਵੀ ਸਾਡੇ ਕੋਲ ਸ਼ਬਦ ਹੀ ਨਹੀਂ, ਬ੍ਰਹਿਮੰਡ ਇੰਨਾ ਮਹਾਨ ਹੈ। ਤੇ ਤੈਨੂੰ ਪਤਾ ਲੱਗ ਜਾਏਗਾ ਬ੍ਰਹਿਮੰਡ ਕਿੰਨਾ ਮਹਾਨ ਹੈ। ਤੇ ਉਹਦੇ ਬਾਰੇ ਸ਼ਬਦ ਤੇਰੇ ਕੋਲ ਨਹੀਂ ਹੋਣਗੇ। ਅਸੰਖ ਨਾਮ, ਅਸੰਖ ਥਾਂ, ਅਗੰਮ ਅਗੰਮ ਅਸੰਖ ਲੋ। ਇਸ ਕਾਇਨਾਤ ਦੇ ਥਾਂ ਟਿਕਾਣੇ ਕਿੰਨੇ ਨੇ, ਇਹ ਕਾਇਨਾਤ ਕਿੰਨੀ ਮਹਾਨ ਹੈ,
ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ। ਤੈਨੂੰ ਸਮਝ ਲੱਗ ਜਾਏਗੀ ਇਸ ਕਾਇਨਾਤ ਵਿੱਚ ਚੰਗੇ ਬੰਦਿਆਂ ਦੀ ਵੀ ਗਿਣਤੀ ਨਹੀਂ, ਮਾੜੇ ਬੰਦਿਆਂ ਦੀ ਵੀ ਗਿਣਤੀ ਨਹੀਂ। ਇਸ ਕਾਇਨਾਤ ਵਿੱਚ ਰਹਿਣ ਵਾਲਿਆ ਕੇਵਲ ਇੱਕ ਪ੍ਰਮਾਤਮਾ ਦਾ ਸਿਮਰਨ ਕਰੀ, ਰੱਬ ਦੇ ਲੇਖੇ ਜੋਖਿਆਂ 'ਚ ਨਾ ਪਈ, ਨਹੀਂ ਤਾਂ ਤੇਰਾ ਜੀਵਨ ਬਰਬਾਦ ਹੋ ਜਾਏਗਾ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਗੱਲ ਕਹੀ ਕਿ ਸਿੱਖਾ ਤੈਨੂੰ ਕਿਸੇ ਪੰਡਤ ਦੇ ਦਰਸਾਏ ਹੋਏ ਰਸਤੇ ਉੱਤੇ ਜਾਣ ਦੀ ਲੋੜ ਨਹੀਂ, ਕਿਸੇ ਤੀਰਥ ਤਪ ਦਇਆ ਦਤ ਦਾਨ ਦੇ ਮੁਤਾਬਕ ਤੁਰਨ ਦੀ ਲੋੜ ਨਹੀਂ, ਤੈਨੂੰ ਤੀਰਥਾਂ ਤੇ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ। ਤੇਰੀ ਮੱਤ ਪਾਪਾਂ ਨਾਲ ਭਰੀ ਹੋਏਗੀ ਨਾ, ਤੇ ਤੂੰ ਉਹਨੂੰ ਗੁਰੂ ਨਾਨਕ ਦਾ ਨਾਮ ਲੈ ਕੇ ਪ੍ਰਮਾਤਮਾ ਨੂੰ ਯਾਦ ਕਰੀਂ, ਸਭ ਕੁਝ ਸਾਫ਼ ਹੋ ਜਾਏਗਾ। ਮੱਤ ਧੁੱਪਣੀ ਕੇਵਲ ਪ੍ਰਮਾਤਮਾ ਦੇ ਨਾਮ ਦੇ ਜਰੀਏ ਹੈ, ਇਹ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਜਿਉਂ-ਜਿਉਂ ਮੇਰੇ ਦਰਸਾਏ ਹੋਏ ਮਾਰਗ ਉੱਤੇ ਤੁਰੇਗਾ ਤਿਉਂ-ਤਿਉਂ ਤੇਰੇ ਜੀਵਨ ਦੇ ਵਿੱਚ ਲਾਗ ਲੱਗੇਗੀ। ਫਿਰ ਇੱਕ ਟਾਈਮ ਆਏਗਾ, ਉਹ ਟਾਈਮ ਤੈਨੂੰ ਇਹ ਦੱਸੇਗਾ ਕਿ ਵਹਿਮਾਂ ਦੇ ਤਹਿਤ ਆਪਣਾ ਜੀਵਨ ਬਰਬਾਦ ਨਹੀਂ ਕਰਨਾ, ਕਿਉਂਕਿ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਅਮੁੱਲ ਹੈ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਉਹ ਬਹੁਤ ਮਹਾਨ ਹੈ। ਤੇ ਉਸ ਪ੍ਰਮਾਤਮਾ ਦੇ ਮਹਾਨ ਨਾਮ ਨੂੰ ਸਮਝਣ ਦੇ ਲਈ ਤੈਨੂੰ ਉਹਦੇ ਘਰ 'ਚ ਪ੍ਰਵੇਸ਼ ਕਰਨਾ ਪਏਗਾ। ਕਿਹੜਾ? ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ, ਜਿਹਨੂੰ ਰਹਿ ਰਾਸ ਵਿੱਚ ਆਖਿਆ ਗਿਆ। ਤੇ ਉੱਥੇ ਜਪਜੀ ਸਾਹਿਬ 'ਚ ਆਖਿਆ ਗਿਆ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ, ਕਿ ਪ੍ਰਮਾਤਮਾ ਦਾ ਉਹ ਦਰ, ਰੱਬ ਦਾ ਉਹ ਘਰ ਬੜਾ ਹੀ ਪਿਆਰਾ ਹੈ, ਜਿੱਥੇ ਬੈਠ ਕੇ ਪ੍ਰਮਾਤਮਾ ਆਪਣੀ ਬਣਾਈ ਕਾਇਨਾਤ ਦੀ ਸੰਭਾਲ ਕਰੇ। ਉਹਦੀ ਕਾਇਨਾਤ ਵਿੱਚ ਹਵਾ ਗਾ ਰਹੀ ਹੈ, ਅੱਗ ਗਾ ਰਹੀ ਹੈ, ਬਨਸਪਤੀ ਗਾ ਰਹੀ ਹੈ, ਚੰਦਰਮਾ ਗਾ ਰਿਹਾ ਹੈ, ਸੂਰਜ ਗਾ ਰਿਹਾ ਹੈ। ਪੂਰੀ ਕਾਇਨਾਤ ਦੇ ਵਿੱਚ ਇੱਕ ਇੱਕ ਰੋਮ, ਇੱਕ ਇੱਕ ਜਰਾ ਉਸ ਪ੍ਰਮਾਤਮਾ ਦੀ ਸਿਫਤ ਕਰ ਰਿਹਾ ਹੈ। ਤੇ ਇਹ ਚੀਜ਼ਾਂ ਤੈਨੂੰ ਸਿੱਖਿਆ ਦਿੰਦੀਆਂ ਨੇ ਬੰਦਿਆ, ਜੇ ਤੈਨੂੰ ਰੱਬ ਨੇ ਪੈਦਾ ਕੀਤਾ ਨਾ, ਹੰਕਾਰ ਵਿੱਚ ਆ ਕੇ ਰੱਬ ਨੂੰ ਨਾ ਭੁੱਲ ਜਾਈਂ, ਉਹਨੂੰ ਯਾਦ ਕਰੀਂ, ਕਿਉਂਕਿ ਉਹਦੀ ਯਾਦ ਤੋਂ ਬਗੈਰ ਸਿੱਖਾ ਤੂੰ ਕਿਸੇ ਜੋਗਾ ਨਹੀਂ ਹੈ। ਜਪਜੀ ਸਾਹਿਬ ਦੱਸਦਾ ਹੈ ਕਿ ਜਦੋਂ ਤੂੰ ਉਹਨੂੰ ਯਾਦ ਕਰੇਗਾ ਤੈਨੂੰ ਪਤਾ ਲੱਗੇਗਾ ਰੱਬ ਦਾ ਨਾਮ ਕਿੰਨਾ ਮਹਾਨ ਹੈ। ਉਹ ਕਿੰਨਾ ਮਹਾਨ ਹੈ ਕਿ ਸਤਿਗੁਰੂ ਨੇ ਖੁਦ ਵੀ ਕਿਹਾ ਕਿ ਜਿਸ ਦਿਨ ਉਹਦੀ ਮਹਾਨਤਾ ਗੁਰੂ ਦੇ ਰਾਹੀਂ ਸਿੱਖਾ ਤੇਰੇ ਜੀਵਨ 'ਚ ਵਸ ਗਈ ਨਾ, ਫਿਰ ਪਤਾ ਕੀ ਹੋਏਗਾ, ਜੇ ਤੂੰ ਆਪਣੇ ਗੁਰੂ ਦੀ ਅਕਲ ਨੂੰ ਆਪਣੀ ਅਕਲ ਦੇ ਵਿੱਚ ਵਸਾ ਲੇਗਾ, ਜੇ ਉਹਦੀ ਇੱਕ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲੇਗਾ, ਤੇ ਸਤਿਗੁਰੂ ਕਹਿੰਦੇ ਨੇ ਜੇ ਇੱਕ ਗੁਰ ਕੀ ਸਿੱਖ ਸੁਣ ਲਏਗਾ ਨਾ, ਫਿਰ ਕੀ ਹੋਏਗਾ, ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਤੂੰ ਬੜਾ ਮਹਾਨ ਹੋ ਜਾਣਾ ਹੈ, ਤੂੰ ਬੜਾ ਬੇਸ਼ਕੀਮਤੀ ਹੋ ਜਾਣਾ ਹੈ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਨਾਮ ਦੇ ਬਾਰੇ ਤੈਨੂੰ ਪਤਾ ਲੱਗੇਗਾ ਵੀ ਬੜਾ ਮਹਾਨ ਹੈ। ਤੇ ਜਿਹੜੇ ਉਹਦੇ ਵਪਾਰ ਕਰਨ ਵਾਲੇ ਨੇ ਉਹ ਵੀ ਬੜੇ ਮਹਾਨ ਨੇ, ਗਿਣਤੀ ਮਿੰਤੀ ਤੋਂ ਬੜਾ ਹੈ। ਤੇ ਕਿਉਂ ਅਸੀਂ ਉਸ ਪ੍ਰਮਾਤਮਾ ਨੂੰ ਯਾਦ ਨਾ ਕਰੀਏ ਜਿਹਨੇ ਇੰਨੀਆਂ ਸਾਨੂੰ ਦਾਤਾਂ ਦਿੱਤੀਆਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚਲਦਿਆਂ ਚਲਦਿਆਂ ਸਿੱਖ ਨੂੰ ਇਹ ਗੱਲ ਸਮਝਾਉਂਦੇ ਨੇ ਪੂਰੇ ਜਪਜੀ ਸਾਹਿਬ ਦੇ ਵਿੱਚ, ਸਿੱਖਾ ਤੇਰੇ ਜੀਵਨ ਦੇ ਵਿੱਚ ਗਿਆਨ ਹੋਵੇ, ਤੇਰੇ ਜੀਵਨ ਵਿੱਚ ਧਰਮ ਹੋਵੇ, ਤੇਰੇ ਜੀਵਨ ਦੇ ਵਿੱਚ ਮਿਹਨਤ ਹੋਵੇ, ਸ਼ਰਮਖੰਡ, ਤੇਰੇ ਜੀਵਨ ਵਿੱਚ ਕਰਮ ਰੱਬ ਦੀ ਰਹਿਮਤ ਹੋਵੇ, ਤੇ ਸਿੱਖਾ ਇੱਕ ਟਾਈਮ ਇਦਾਂ ਆਏਗਾ ਜਿਸ ਦਿਨ ਮੈਂ ਖੁਦ ਤੇਰੀ ਬਾਹ ਪਕੜ ਕੇ ਤੈਨੂੰ ਪਰਮੇਸ਼ਰ ਦੇ ਘਰ ਦੇ ਮੂਹਰੇ ਖੜਾ ਕਰ ਦਵਾਂਗਾ। ਅੱਜ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਕਿਉਂ ਭਟਕੇ ਨੇ ਭਲਾ? ਕਿਉਂਕਿ ਕੱਲਾ ਪਾਠ ਕੀਤਾ ਹੈ, ਸਿੱਖ ਨੇ ਜਪਜੀ ਸਾਹਿਬ ਨੂੰ ਸਹੀ ਮਾਇਨੇ ਦੇ ਵਿੱਚ ਨਹੀਂ ਸਮਝਿਆ। ਇਹ ਬਿਲਕੁਲ ਸ਼ੱਕ ਨਾ ਕਰਿਓ ਮੇਰੀ ਗੱਲ ਉੱਤੇ, ਸਿੱਖ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਉਹਨਾਂ ਬੋਲਾਂ ਉੱਤੇ ਪਹਿਰਾ ਨਹੀਂ ਦੇ ਰਿਹਾ। ਜੇ ਅੱਜ ਵੀ ਅਸੀਂ ਪਖੰਡੀਆਂ ਦੇ ਮੂਹਰੇ ਹੱਥ ਜੋੜ ਕੇ ਖੜੇ ਹਾਂ, ਕੀ ਸਿੱਖ ਨੂੰ ਭੁੱਲ ਗਿਆ? ਜਪਜੀ ਸਾਹਿਬ 'ਚ ਕਿਹਾ ਹੈ ਸਤਿਗੁਰੂ ਨੇ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਬਪੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਿਆ ਜਗਜੀਤ, ਆਦੇਸ਼ ਦਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕਿੱਦਾਂ ਸਿੱਖ ਵਿਸਾਰ ਕੇ ਬਹਿ ਗਿਆ ਕਿ ਸਿੱਖ ਨੂੰ ਭੁੱਲ ਗਿਆ ਅਸਾਂ ਲੋਏ ਲੋਏ ਭੰਡਾਰ, ਪ੍ਰਮਾਤਮਾ ਸਭਨਾ ਜਗ੍ਹਾ ਤੇ ਹੈ, ਰੱਬ ਤੈਨੂੰ ਭੁੱਖਿਆਂ ਨਹੀਂ ਮਰਦਿਆਂ ਲੱਗਾ। ਤੇ ਸਿੱਖਾ ਗਿਣਤੀਆਂ ਮਿੰਤੀਆਂ ਦੇ ਵਿੱਚ ਉਹਦਾ ਨਾਮ ਨਹੀਂ ਜਪਣਾ, ਯਾਦ ਰੱਖੀ ਇੱਕ ਦੂ ਜੀ ਭੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਏ ਤਰਾਪਤ ਪਵੜੀਆਂ ਚੜ੍ਹੀਏ ਹੋਏ ਅਕੀਸ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਕਦੇ ਭੁੱਲ ਕੇ ਵੀ ਹੰਕਾਰ ਵਿੱਚ ਆ ਕੇ ਇਹ ਨਾ ਕਹੀਂ ਵੀ ਮੈਂ ਬੜਾ ਨਾਮ ਜਪਦਾ। ਆ ਇਕੋਤਰੀਆਂ ਦੇ ਪਿੱਛੇ ਨਾ ਪਾਓ, ਹਜ਼ਾਰਾਂ ਵਾਰ ਜਪਜੀ ਸਾਹਿਬ ਦਾ ਪਾਠ ਕਰਨ ਦੇ ਪਿੱਛੇ ਨਾ ਪਾਓ ਇਸ ਗੱਲ ਦੇ ਪਿੱਛੇ ਕਿ ਇੱਕ ਇੱਕ ਲਫ਼ਜ਼ ਜਪਜੀ ਸਾਹਿਬ ਦਾ ਸਮਝਣਾ ਤੇ ਸਮਝ ਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਉਤਾਰਨਾ। ਜਦੋਂ ਉਤਰ ਗਿਆ ਸਿੱਖ ਉਹ 5 ਖੰਡ ਵੀ ਪਾਰ ਕਰ ਲੇਗਾ। ਫਿਰ ਧਰਮ ਆਏਗਾ ਲਾਈਫ ਦੇ ਵਿੱਚ। ਜਦੋਂ ਧਰਮ ਆ ਗਿਆ ਪਤਾ ਲੱਗੇਗਾ ਇਹ ਧਰਤੀ ਧਰਮਸ਼ਾਲ ਹੈ,
ਇਹਦੇ 'ਚ ਧਰਮ ਕਮਾਉਣਾ ਹੈ। ਲੇਕਿਨ ਇੱਥੇ ਰਹਿਣ ਵਾਲੇ ਲੋਕਾਂ ਨੇ ਆਪਣੇ ਆਪ ਨੂੰ ਰੱਬ ਤੋਂ ਵੀ ਮਹਾਨ ਸਮਝਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੱਲ ਕਹੀ ਹੈ, ਭਾਈ ਧਰਤੀ ਧਰਮਸ਼ਾਲ ਹੈ, ਰਾਤੀ ਰੁੱਤੀ ਚਿੱਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਇੰਨੀ ਮਹਾਨ ਧਰਤੀ ਹੈ ਜਿੱਥੇ ਅਨੇਕਾਂ ਤਰ੍ਹਾਂ ਦੇ ਲੋਕ ਰਹਿੰਦੇ ਨੇ, ਅਨੇਕਾਂ ਤਰ੍ਹਾਂ ਦੇ ਜੀਵ ਰਹਿੰਦੇ ਨੇ। ਸਭਨਾਂ ਨੂੰ ਆਪਣੇ ਆਪਣੇ ਧਰਮ ਦੀ ਪਾਲਣਾ ਕਰਨੀ ਚਾਹੀਦੀ, ਆਪਣੇ ਜੀਵਨ ਨੂੰ ਸੁਚੱਜਾ ਬਣਾਉਣਾ ਚਾਹੀਦਾ। ਤੇ ਜਦੋਂ ਸਾਡਾ ਜੀਵਨ ਸੁਚੱਜਾ ਹੋ ਗਿਆ ਨਾ, ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੱਚਖੰਡ ਵਸਿਆ ਨਿਰੰਕਾਰ, ਤੇਰੇ ਅੰਦਰ ਸੋਝੀ ਆਏਗੀ ਕਿ ਜਪਜੀ ਸਾਹਿਬ ਪੜ੍ਹਨ ਵਾਲਿਆ ਸਿੱਖਾ, ਆ ਦੁਨੀਆ ਨੂੰ ਸੱਚਖੰਡ ਤੂੰ ਖੁਦ ਬਣਾਉਣਾ, ਨਰਕ ਵੀ ਤੂੰ ਬਣਾਉਣਾ ਹੈ ਤੇ ਸੱਚਖੰਡ ਵੀ ਤੂੰ ਬਣਾਉਣਾ ਹੈ। ਇਹ ਤੇਰੇ ਉੱਤੇ ਡਿਪੈਂਡ ਹੈ। ਫਿਰ ਤੇਰਾ ਜੀਵਨ ਜਤ ਪਹਾਰਾ ਧੀਰਜ ਸੁਨਿਆਰ, ਆਹਰਨ ਮਤ ਵੇਦ ਹਥਿਆਰ, ਭਉ ਖਿਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤੇਰੇ ਜੀਵਨ ਦੇ ਵਿੱਚ ਸਤ ਸੰਤੋਖ ਆਏਗਾ, ਤੇਰੇ ਜੀਵਨ ਦੇ ਵਿੱਚ ਜਤੀ ਗੁਣ ਆਏਗਾ, ਸਤੀ ਗੁਣ ਆਏਗਾ, ਤੇਰੇ ਜੀਵਨ ਦੇ ਵਿੱਚ ਪ੍ਰੇਮ ਭਾਵਨਾ ਵਸੇਗੀ, ਤੇਰੇ ਜੀਵਨ ਦੇ ਵਿੱਚ ਇੱਕ ਇੱਕ ਅੰਗ 'ਚ ਗੁਰੂ ਨਾਨਕ ਵਸੇਗਾ। ਫਿਰ ਕੀ ਹੋਏਗਾ? ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ, ਦਾਇਆ ਖਿਲੈ ਸਗਲ ਜਗਤ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪੂਰੇ ਜਪਜੀ ਸਾਹਿਬ ਦੀ ਵਿਚਾਰ ਤੇਰੇ ਜੀਵਨ ਵਿੱਚ ਘਰ ਕਰ ਜਾਏਗੀ। ਸਿੱਖਾ, ਜੇ ਕੂੜ ਦੀ ਪਾਲ ਤੋਂ ਛੁਟਕਾਰਾ ਪਾਉਣਾ ਤੇ ਗੁਰੂ ਨਾਨਕ ਦੇ ਇੱਕ ਇੱਕ ਬੋਲ ਉੱਤੇ ਪਹਿਰਾ ਦੇਣਾ ਸ਼ੁਰੂ ਕਰ ਦੇ। ਅੱਜ ਤੋਂ ਹੀ ਵਹਿਮ ਭਰਮ ਕਰਮ ਕਾਂਡ ਛੱਡ ਦੇ। ਅੱਜ ਤੋਂ ਹੀ ਗੁਰੂ ਨੂੰ ਇਸ ਤਰ੍ਹਾਂ ਜੀਵਨ ਵਿੱਚ ਧਾਰਨ ਕਰ ਜਿਵੇਂ ਤੂੰ ਸਵਾਸ ਲੈਣ ਤੋਂ ਬਗੈਰ ਜਿੰਦਾ ਨਹੀਂ ਰਹਿ ਸਕਦਾ। ਸਿੱਖਾ, ਤੇਰੇ ਅੰਦਰ ਇਹ ਗੱਲ ਘਰ ਕਰ ਜਾਏ ਕਿ ਗੁਰੂ ਤੋਂ ਬਗੈਰ ਵੀ ਤੇਰਾ ਆਤਮਿਕ ਜੀਵਨ ਬਰਬਾਦ ਹੈ। ਸਿੱਖਾ, ਜਿਵੇਂ ਪਾਣੀ ਤੋਂ ਬਗੈਰ ਨਹੀਂ ਨਾ ਤੂੰ ਰਹਿ ਸਕਦਾ, ਬਾਣੀ ਤੋਂ ਬਗੈਰ ਵੀ ਨਾ ਰਹੀਂ। ਆਪਣੇ ਜੀਵਨ ਦੀ ਵਧੀਆ ਘਾੜ ਤੂੰ ਘੜਨੀ ਹੈ। ਆਪਣੀ ਬੁੱਧੀ ਨੂੰ ਸੁਚੇਤ ਬਣਾ, ਸੁਰਤ ਮਤ ਮਨ ਬੁੱਧ ਇਹਦੀ ਘਾੜਤ ਘੜ। ਉਹਦੇ ਲਈ ਤੈਨੂੰ ਖੁਦ ਮਿਹਨਤ ਕਰਨੀ ਪੈਣੀ ਹੈ। ਸੋ ਪੂਰੇ ਜਪਜੀ ਸਾਹਿਬ 'ਚ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਦੇ ਮੋਤੀ ਬਖੇਰੇ ਨੇ, ਜਿਨ੍ਹਾਂ ਨੂੰ ਜਿੰਨੀ ਵਾਰੀ ਚੁਗੋਗੇ ਨਾ ਉਨੀ ਵਾਰ ਮਾਲਾ ਬਣਾ ਬਣਾ ਕੇ ਗਲ 'ਚ ਪਾਈ ਜਾਇਓ। ਭਾਵ ਕਿ ਆਪਣਾ ਜੀਵਨ ਸ਼ਿੰਗਾਰੀ ਜਾਇਓ। ਇਹ ਮੋਤੀ ਕਦੇ ਖਤਮ ਨਹੀਂ ਹੋਣੇ, ਇਹ ਵਿਚਾਰ ਕਦੇ ਖਤਮ ਨਹੀਂ ਹੋਣੀ। ਸੋ ਜਿੰਨੀ ਕੋਸ਼ਿਸ਼ ਕਰ ਸਕਦੇ ਹੋ ਕਰੋ। ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਨਾਲ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਸਮਝੋ, ਵਿਚਾਰੋ, ਆਪਣੇ ਜੀਵਨ ਦੇ ਵਿੱਚ ਢਾਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।